ਆਈਸੋਟੋਨਿਕ ਦਾ ਬੇਟਾ ਥਰਡ ਪੁਆਇੰਟ ਹੈਗਾ, ਇਹ ਐਕਸਪਲੋਸਿਵ ਸਟਰੈਂਥ ਨੂੰ ਡਿਵੈਲਪ ਕਰਦਾ ਹੈ। ਅਤੇ ਆਈਸੋਕਿਨੈਟਿਕ ਦੇ ਵਿੱਚ ਇਹ ਐਕਸਪਲੋਸਿਵ ਸਟਰੈਂਥ ਡਿਵੈਲਪ ਕਰਦਾ ਹੈ ਐਜ਼ ਏ ਐਂਡਿਓਰੈਂਸ। ਅਤੇ ਨੰਬਰ 4 ਹੈਗਾ ਜੀ ਆਈਸੋਟੋਨਿਕ ਦਾ, ਆਈਸੋ ਮਤਲਬ ਕਿ ਸੇਮ, ਟੋਨਿਕ ਟੈਂਸ਼ਨ ਇੱਕ ਟਾਈਪ ਦੀ ਮਸਲ ਕੰਟਰੈਕਸ਼ਨ ਹੈ ਜਿਸ ਵਿੱਚ ਮਸਲ ਦੀ ਲੈਂਥ ਚੇਂਜ ਹੁੰਦੀ ਹੈ। ਅਤੇ ਆਈਸੋਕਿਨੈਟਿਕ ਦੇ ਵਿੱਚ ਆਈਸੋ ਮੀਨ ਸੇਮ, ਕਿਨੈਟਿਕ ਮੀਨ ਸਪੀਡ। ਆਈਸੋਕਿਨੈਟਿਕਸ ਐਕਸਰਸਾਈਜ਼ ਮਸ਼ੀਨ ਨਾਲ ਕੀਤੀ ਜਾਂਦੀ ਹੈ ਜੋ ਰੈਗੂਲਰ ਮੂਵਮੈਂਟ ਔਰ ਵੈਲੋਸਿਟੀ ਅਤੇ ਰੈਸਿਸਟੈਂਸ 'ਤੇ ਹੁੰਦੀ ਹੈ। ਆਈਸੋਕਿਨੈਟਿਕ ਪਾਵਰ ਦਾ ਗੁੱਡ ਡਿਵੈਲਪਮੈਂਟ। ਆਈਸੋਕਿਨੈਟਿਕ ਦੇ ਵਿੱਚ ਪਾਵਰ ਦਾ ਐਕਸੀਲੈਂਸ ਡਿਵੈਲਪਮੈਂਟ ਹੁੰਦੀ ਹੈ। ਨੰਬਰ 6 ਆ ਗਿਆ ਜੀ ਆਈਸੋਟੋਨਿਕ, ਸਟਰੈਂਥ, ਸਪੀਡ ਅਤੇ ਇੰਡਿਓਰੈਂਸ ਦੇ ਡਿਵੈਲਪਮੈਂਟ ਵਿੱਚ ਕੰਟਰੀਬਿਊਟ ਕਰਦਾ ਹੈ। ਅਤੇ ਆਈਸੋਕਿਨੈਟਿਕ ਵਿੱਚ ਸਪੀਡ ਦਾ ਬੈਟਰ ਡਿਵੈਲਪਮੈਂਟ ਜਿਵੇਂ ਕੰਪੇਅਰ ਟੂ ਆਈਸੋਟੋਨਿਕ। ਨੰਬਰ 7 ਆ ਗਿਆ ਜੀ ਆਈਸੋਟੋਨਿਕ ਦੇ ਵਿੱਚ ਫੋਰ ਐਗਜ਼ਾਮਪਲ ਪੁਸ਼ਅਪ, ਪੁੱਲਅਪਸ। ਅਤੇ ਆਈਸੋਕਿਨੈਟਿਕ ਦੇ ਵਿੱਚ ਰਨਿੰਗ ਔਨ ਦਾ ਟ੍ਰੈਡਮਿਲ ਵਿਦ ਏ ਪ੍ਰੀ ਫਿਕਸ ਸਪੀਡ ਆਫ ਸਟੈਪ, ਮਤਲਬ ਕਿ ਟ੍ਰੈਡਮਿਲ ਹੁੰਦੀ ਆ ਜਿਹੜੀ ਇੱਕ ਮਸ਼ੀਨ ਆ ਜਿਹਦੇ 'ਤੇ ਆਪਾਂ ਭੱਜਦੇ ਹਾਂ ਉਹਦੇ ਵਿੱਚ, ਅਤੇ ਜਿਮ ਦੇ ਵਿੱਚ। ਅਤੇ ਇਹਦਾ ਬੀ ਪਾਰਟ ਹੈਗਾ ਜੀ ਆਈਸੋਟੋਨਿਕ ਦਾ ਰੋਪ ਕਲਾਈਮਿੰਗ, ਬੈਂਚ ਪ੍ਰੈਸ, ਓਵਰਹੈਡ ਪ੍ਰੈਸ ਐਕਸੈਕਟਰਾ। ਅਤੇ ਜਿਹੜਾ ਆਈਸੋਕਿਨੈਟਿਕ ਦੇ ਵਿੱਚ ਆ ਬਾਈਸਾਈਕਲਿੰਗ ਵਿਦ ਏ ਸੈਟ ਆਫ ਫਿਕਸ ਨੰਬਰ ਆਫ ਰੈਵੋਲਿਊਸ਼ਨ ਪਰ ਮਿਨਟ ਐਕਸੈਕਟਰਾ। ਅੱਗੇ ਆ ਗਿਆ ਜੀ 10.2 ਮੀਨਿੰਗ ਆਫ ਇੰਡਿਓਰੈਂਸ। ਇੰਡਿਓਰੈਂਸ ਇੱਕ ਵਿਸ਼ੇਸ਼ ਕੰਪੀਟੀਟਿਵ ਸਪੋਰਟਸ ਲਈ ਜ਼ਰੂਰੀ ਐਕਟੀਵਿਟੀ ਦੇ ਲੈਵਲ ਨੂੰ ਕਾਇਮ ਰੱਖਣ ਦੀ ਐਬਿਲਿਟੀ ਹੈ। ਅਕੋਰਡਿੰਗ ਟੂ ਡਾਕਟਰ ਹਰਦਿਆਲ ਸਿੰਘ, ਇੰਡਿਓਰੈਂਸ ਇੱਕ ਐਕਟੀਵਿਟੀ ਨੂੰ ਕਾਇਮ ਰੱਖਣ ਦੀ ਐਬਿਲਿਟੀ ਹੈ। ਅਕੋਰਡਿੰਗ ਟੂ ਬਰੋ ਐਂਡ ਮੈਕਜੀ, ਇੰਡਿਓਰੈਂਸ ਇੱਕ ਸਮੇਂ ਦੇ ਅੰਦਰ ਮੂਵਮੈਂਟ ਨੂੰ ਕਾਇਮ ਰੱਖਣ ਲਈ ਇੱਕ ਵਿਅਕਤੀ ਦੀ ਫਿਜ਼ੀਓਲੋਜਿਕ ਕਪੈਸਿਟੀ ਦਾ ਰਿਜ਼ਲਟ ਹੈ। ਇੰਡਿਓਰੈਂਸ ਦੀ ਲੋੜੀਂਦੀ ਕੁਆਲਿਟੀ ਅਤੇ ਸਪੀਡ ਦੇ ਨਾਲ ਫਿਜ਼ੀਕਲ ਮੂਵਮੈਂਟ ਕਰਨ ਦੀ ਐਬਿਲਿਟੀ ਕਿਹਾ ਜਾ ਸਕਦਾ ਹੈ। ਫਟੀਕ ਦੀ ਕੰਡੀਸ਼ਨ ਅਧੀਨ ਇਹ ਗੇਮ ਐਂਡ ਸਪੋਰਟ ਅਰਥਾਤ ਮਿਡਲ ਐਂਡ ਲੌਂਗ ਡਿਸਟੈਂਸ ਰੇਸਿਸ ਐਂਡ ਗੇਮ ਲਾਈਕ ਹਾਕੀ, ਬਾਸਕਟਬਾਲ, ਖੋ-ਖੋ, ਫੁੱਟਬਾਲ ਐਕਸੈਕਟਰਾ ਲਈ ਇੰਪੋਰਟੈਂਟ ਕੰਪੋਨੈਂਟ ਹੈ। ਟਾਈਪ ਆਫ ਇੰਡਿਓਰੈਂਸ, ਇਹ ਆ ਗਿਆ ਜੀ ਟਾਈਪ ਆਫ ਇੰਡਿਓਰੈਂਸ ਅਕੋਰਡਿੰਗ ਟੂ ਦਾ ਨੇਚਰ ਆਫ ਐਕਟੀਵਿਟੀ। ਐਕਟੀਵਿਟੀ ਦੇ ਨੇਚਰ ਦੇ ਅਨੁਸਾਰ ਇੰਡਿਓਰੈਂਸ ਦੀਆਂ ਟਾਈਪ ਐਕਟੀਵਿਟੀ ਇੰਡਿਓਰੈਂਸ ਨੂੰ ਡਿਵਾਈਡ ਇਨਟੂ ਫੋਲੋਇੰਗ। ਅੱਗੇ ਆ ਗਿਆ ਜੀ ਬੇਸਿਕ ਇੰਡਿਓਰੈਂਸ। ਬੇਸਿਕ ਇੰਡਿਓਰੈਂਸ ਨੂੰ ਐਰੋਬਿਕ ਇੰਡਿਓਰੈਂਸ ਵੀ ਕਿਹਾ ਜਾਂਦਾ ਹੈ ਕਿਉਂਕਿ ਬੇਸਿਕ ਇੰਡਿਓਰੈਂਸ ਜ਼ਿਆਦਾਤਰ ਐਰੋਬਿਕ ਇੰਡਿਓਰੈਂਸ 'ਤੇ ਡਿਪੈਂਡ ਕਰਦਾ ਹੈ। ਬੇਸਿਕ ਇੰਡਿਓਰੈਂਸ ਉਹ ਮੂਵਮੈਂਟ ਪਰਫਾਰਮ ਕਰਨ ਦੀ ਕਪੈਸਿਟੀ ਹੈ ਜਿਸ ਵਿੱਚ ਲੌਂਗ ਡਿਊਰੇਸ਼ਨ ਲਈ ਸਲੋ ਪੇਸ ਨਾਲ ਬਾਡੀ ਦੀਆਂ ਮਸਲ ਦਾ ਲਾਰਜ ਨੰਬਰ ਇਨਵੋਲਵ ਹੁੰਦੇ ਹਨ। ਬੇਸਿਕ ਇੰਡਿਓਰੈਂਸ ਹਰ ਤਰ੍ਹਾਂ ਦੇ ਇੰਡਿਓਰੈਂਸ ਦੇ ਆਧਾਰ 'ਤੇ ਬਣਦੇ ਹਨ। ਫੋਰ ਐਗਜ਼ਾਮਪਲ ਜੋਗਿੰਗ, ਵਾਕਿੰਗ 30 ਮਿੰਟ ਲਈ ਸਲੋ ਔਰ ਮੋਡਰੇਟ ਪੇਸ ਦੇ ਉੱਪਰ। ਜਨਰਲ ਇੰਡਿਓਰੈਂਸ, ਜਨਰਲ ਇੰਡਿਓਰੈਂਸ ਤੁਹਾਡੀ ਸਾਰੀ ਬਾਡੀ ਦੀ ਇੰਡਿਓਰੈਂਸ ਐਕਸਰਸਾਈਜ਼ ਨੂੰ ਟੋਲਰੇਟ ਅਤੇ ਫਟੀਕ ਨੂੰ ਰਿਡਿਊਸ ਕਰਨ ਦੀ ਐਬਿਲਿਟੀ ਨੂੰ ਦਰਸਾਉਂਦੀ ਹੈ। ਤੁਹਾਡਾ ਜਨਰਲ ਇੰਡਿਓਰੈਂਸ ਜਿੰਨਾ ਬੈਟਰ ਹੋਵੇਗਾ ਓਨਾ ਹੀ ਬੈਟਰ ਤੁਸੀਂ ਸਪੋਰਟਸ ਦੇ ਵੱਖ-ਵੱਖ ਡਿਸਿਪਲਿਨ ਵਿੱਚ ਲੌਂਗਰ ਐਫਰਟ ਕਰ ਸਕਦੇ ਹੋ। ਦੂਜੇ ਸ਼ਬਦਾਂ ਵਿੱਚ ਜਨਰਲ ਇੰਡਿਓਰੈਂਸ ਨੂੰ ਇੱਕ ਕਿਸਮ ਦੀ ਐਕਟੀਵਿਟੀ ਪਰਫਾਰਮ ਕਰਨ ਦੀ ਕਪੈਸਿਟੀ ਕਿਹਾ ਜਾ ਸਕਦਾ ਹੈ ਜਿਸ ਵਿੱਚ ਲੰਬੇ ਸਮੇਂ ਲਈ ਬਹੁਤ ਸਾਰੇ ਮਸਲ ਗਰੁੱਪ ਅਤੇ ਸਿਸਟਮ ਇਨਵੋਲਵ ਹੁੰਦੀਆਂ ਹਨ। ਜਨਰਲ ਇੰਡਿਓਰੈਂਸ ਦਾ ਇੱਕ ਗੁੱਡ ਲੈਵਲ ਸਪੋਰਟਸ ਸਪੈਸ਼ਲਾਈਜੇਸ਼ਨ ਦੀ ਪਰਵਾਹ ਕੀਤੇ ਬਿਨਾਂ ਕਈ ਕਿਸਮ ਦੀਆਂ ਟ੍ਰੇਨਿੰਗ ਦੀਆਂ ਐਕਟੀਵਿਟੀਆਂ ਵਿੱਚ ਸਕਸੈਸ ਦੀ ਸਹੂਲਤ ਦਿੰਦਾ ਹੈ। ਸਪੋਰਟਸ ਵਿੱਚ ਸ਼ਾਮਿਲ ਐਥਲੀਟ ਜਿਨ੍ਹਾਂ ਨੂੰ ਇੰਡਿਓਰੈਂਸ ਅਤੇ ਖਾਸ ਕਰ ਐਰੋਬਿਕ ਇੰਡਿਓਰੈਂਸ ਦਾ ਦਬਦਬਾ ਹੁੰਦਾ ਹੈ, ਇਹ ਹਾਈ ਲੈਵਲ 'ਤੇ ਜਨਰਲ ਇੰਡਿਓਰੈਂਸ ਹੈ। ਨੰਬਰ 3 ਸਪੈਸੀਫਿਕ ਇੰਡਿਓਰੈਂਸ। ਸਪੈਸੀਫਿਕ ਇੰਡਿਓਰੈਂਸ ਸਪੋਰਟਸ ਦੀਆਂ ਸਪੈਸੀਫਿਕ ਕੰਡੀਸ਼ਨ ਵਿੱਚ ਫਟੀਕ ਦੇ ਵਿਰੁੱਧ ਖੜ੍ਹੇ ਹੋਣ ਦੀ ਐਬਿਲਿਟੀ ਹੈ। ਜਿਵੇਂ ਕਿ ਫਟੀਕ ਦਾ ਨੇਚਰ ਸਪੋਰਟਸ ਤੋਂ ਡਿਫਰੈਂਟ ਹੈ, ਇਸ ਲਈ ਉਹਨਾਂ ਵਿੱਚ ਕੰਪੀਟ ਕਰਨ ਲਈ ਇੰਡਿਓਰੈਂਸ ਦੀ ਜ਼ਰੂਰਤ ਹੁੰਦੀ ਹੈ। ਜਿੰਨਾ ਬੈਟਰ ਤੁਹਾਡਾ ਸਪੋਰਟਸ ਲਈ ਸਪੈਸੀਫਿਕ ਇੰਡਿਓਰੈਂਸ ਹੈ ਓਨਾ ਹੀ ਬੈਟਰ ਤੁਸੀਂ ਕਿਸੇ ਸਪੈਸੀਫਿਕ ਸਪੋਰਟਸ 'ਤੇ ਪਰਫਾਰਮ ਕਰ ਸਕਦੇ ਹੋ। ਤੁਹਾਡੇ ਡਿਸਿਪਲਿਨ ਵਿੱਚ ਸਕਸੀਡ ਹੋਣ ਦੀ ਐਬਿਲਿਟੀ ਮੈਕਸੀਮਮ ਕਰਨ ਦੀ ਜ਼ਰੂਰਤ ਹੈ। ਫੋਰ ਐਗਜ਼ਾਮਪਲ ਜੇ ਤੁਸੀਂ 1500 ਮੀਟਰ ਰਨਰ ਹੋ ਤਾਂ ਤੁਹਾਡੀ ਆਪਣੀ ਸਪੈਸੀਫਿਕ ਡਿਸਟੈਂਸ 'ਤੇ ਬੈਟਰ ਪਰਫਾਰਮੈਂਸ ਕਰਨ ਲਈ
ਐਂਡਿਓਰੈਂਸ ਟ੍ਰੇਨਿੰਗ ਦੇ ਮੈਥਡ ਨੂੰ ਯੂਜ਼ ਕਰਦੇ ਹਨ। ਅੱਗੇ ਆ ਗਿਆ ਜੀ ਬੀ ਪਾਰਟ, ਟਾਈਪ ਆਫ ਐਂਡਿਓਰੈਂਸ ਅਕੋਰਡਿੰਗ ਟੂ ਦਾ ਡਿਊਰੇਸ਼ਨ ਆਫ ਐਕਟੀਵਿਟੀ। ਨੰਬਰ 1 ਸਪੀਡ ਐਂਡਿਓਰੈਂਸ। ਸਪੀਡ ਐਂਡਿਓਰੈਂਸ ਉਹ ਸਮਾਂ ਵਧਾਉਣ ਦੀ ਐਬਿਲਿਟੀ ਹੈ ਜਿੱਥੇ ਬਹੁਤ ਜ਼ਿਆਦਾ ਸਪੀਡ ਮੇਨਟੇਨ ਰੱਖੀ ਜਾ ਸਕਦੀ ਹੈ। ਅਦਰ ਵਰਡਸ ਦੇ ਵਿੱਚ ਇਹ 45 ਸੈਕਿੰਡ ਤੋਂ ਵੱਧ ਸਮੇਂ ਤੱਕ ਨਾ ਚੱਲਣ ਵਾਲੀ ਐਕਟੀਵਿਟੀਆਂ ਵਿੱਚ ਫਟੀਕ ਦਾ ਵਿਰੋਧ ਕਰਨ ਦੀ ਐਬਿਲਿਟੀ ਹੈ। ਫੋਰ ਐਗਜ਼ਾਮਪਲ 400 ਮੀਟਰ ਸਪ੍ਰਿੰਟ। ਸੈਕਿੰਡ ਹੈਗਾ ਜੀ ਸ਼ਾਰਟ ਟਰਮ ਔਰ ਐਨਐਰੋਬਿਕ ਐਂਡਿਓਰੈਂਸ। ਇਸ ਟਾਈਪ ਦੀ ਐਂਡਿਓਰੈਂਸ ਨੂੰ ਸਪੋਰਟਸ ਵਿੱਚ ਲੋੜੀਂਦਾ ਹੁੰਦਾ ਹੈ ਜਿੱਥੇ ਐਕਸ਼ਨ ਔਰ ਮੂਵਮੈਂਟ ਸਿਰਫ ਥੋੜ੍ਹੇ ਸਮੇਂ ਲਈ ਅਤੇ ਇੰਟੈਂਸ ਅਰਥਾਤ ਐਕਟੀਵਿਟੀਆਂ ਲਈ ਹੁੰਦਾ ਹੈ। ਜੇ ਤਕਰੀਬਨ 45 ਸੈਕਿੰਡ ਤੋਂ 2 ਮਿੰਟ ਤੱਕ ਚੱਲਦਾ ਹੈ। ਇਸ ਵਿੱਚ ਐਕਟੀਵਿਟੀ ਆਕਸੀਜਨ ਦੀ ਐਬਸੈਂਸ ਵਿੱਚ ਪਰਫਾਰਮ ਕੀਤੀਆਂ ਜਾਂਦੀਆਂ ਹਨ। ਫੋਰ ਐਗਜ਼ਾਮਪਲ 800 ਮੀਟਰ 800 ਮੀਟਰ ਰੇਸ। ਨੰਬਰ 3 ਹੈਗੀ ਜੀ ਮਿਡਲ ਟਰਮ ਐਂਡਿਓਰੈਂਸ। ਇਸ ਟਾਈਪ ਦੀ ਐਂਡਿਓਰੈਂਸ ਸਪੋਰਟਸ ਵਿੱਚ ਜ਼ਰੂਰੀ ਹੁੰਦੀ ਹੈ ਜਿੱਥੇ ਐਕਸ਼ਨ ਔਰ ਮੂਵਮੈਂਟ 2 ਮਿੰਟ ਤੋਂ 11 ਮਿੰਟ ਤੱਕ ਰਹਿੰਦੀ ਹੈ। ਰਨਰ ਨੂੰ 1500 ਮੀਟਰ ਦੀ ਰੇਸ ਦੁਆਰਾ ਐਂਡਿਓਰੈਂਸ ਦੀ ਜ਼ਰੂਰਤ ਮਿਡਲ ਟਰਮ ਐਂਡਿਓਰੈਂਸ ਵਿੱਚ ਦੀ ਇੱਕ ਐਗਜ਼ਾਮਪਲ ਹੈ। ਲੌਂਗ ਟਰਮ ਔਰ ਐਰੋਬਿਕ ਐਂਡਿਓਰੈਂਸ। ਸਪੋਰਟਸ ਵਿੱਚ ਇਸ ਟਾਈਪ ਦੀ ਐਂਡਿਓਰੈਂਸ ਦੀ ਜ਼ਰੂਰਤ ਹੁੰਦੀ ਹੈ ਜਿੱਥੇ ਐਕਸ਼ਨ ਔਰ ਮੂਵਮੈਂਟ ਲੰਮੇ ਸਮੇਂ ਲਈ ਜਾਂ 11 ਮਿੰਟ ਤੋਂ ਵੱਧ ਸਮੇਂ ਲਈ ਹੁੰਦਾ ਹੈ। ਫੋਰ ਐਗਜ਼ਾਮਪਲ ਲੌਂਗ ਡਿਸਟੈਂਸ ਰੇਸ ਜਿਵੇਂ ਕ੍ਰਾਸ ਕੰਟਰੀ, ਮੈਰਾਥਨ ਰੇਸ, ਸਾਈਕਲਿੰਗ ਐਕਸੈਕਟਰਾ। ਅੱਗੇ ਆ ਗਿਆ ਬੇਟਾ ਮੈਥਡ ਟੂ ਡਿਵੈਲਪ ਐਂਡਿਓਰੈਂਸ। ਪਹਿਲਾਂ ਆ ਗਿਆ ਜੀ ਕੰਟੀਨਿਊਸ ਮੈਥਡ। ਇਸ ਮੈਥਡ ਵਿੱਚ ਐਕਸਰਸਾਈਜ਼ ਬਿਨਾਂ ਕਿਸੇ ਲੌਂਗ ਡਿਊਰੇਸ਼ਨ ਲਈ ਕੀਤੀ ਜਾਂਦੀ ਹੈ। ਇਸ ਮੈਥਡ ਵਿੱਚ ਇੰਟੈਂਸਿਟੀ ਲੋ ਹੁੰਦੀ ਹੈ ਕਿਉਂਕਿ ਐਕਸਰਸਾਈਜ਼ ਲੰਬੇ ਸਮੇਂ ਲਈ ਕੀਤੀ ਜਾਂਦੀ ਹੈ। ਇਸ ਮੈਥਡ ਵਿੱਚ ਹਾਰਟ ਬੀਟ 120 ਤੋਂ 160 ਪਰ ਮਿੰਟ ਰਹਿੰਦੀ ਹੈ। ਐਕਟੀਵਿਟੀ ਲਈ ਸਮਾਂ 30 ਮਿੰਟ ਤੋਂ ਘੱਟ ਨਹੀਂ ਹੋਣਾ ਚਾਹੀਦਾ। ਇਸ ਸਮੇਂ ਦੀ ਮਿਆਦ ਲੋੜ ਅਨੁਸਾਰ ਐਕਟੀਵਿਟੀ ਔਰ ਐਥਲੀਟ ਲਈ ਵਧਾਈ ਜਾ ਸਕਦੀ ਹੈ। ਅੱਗੇ ਆ ਗਿਆ ਜੀ ਕੰਟੀਨਿਊਸ ਮੈਥਡ ਕੈਨ ਬੀ ਪਰਫਾਰਮਡ ਇਨ 3 ਵੇਜ਼। ਫਸਟ ਹੈਗਾ ਜੀ ਸਲੋ ਪੇਸ ਕੰਟੀਨਿਊਸ ਮੈਥਡ। ਇਹ ਮੈਥਡ ਆਮ ਤੌਰ 'ਤੇ ਕ੍ਰਾਸ ਕੰਟਰੀ ਰਨਰ ਦੁਆਰਾ ਵਰਤੀ ਜਾਂਦੀ ਹੈ। ਇਸ ਮੈਥਡ ਨਾਲ ਉਹ ਐਰੋਬਿਕ ਐਂਡਿਓਰੈਂਸ ਡਿਵੈਲਪ ਕਰਦੇ ਹਨ। ਇਸ ਮੈਥਡ ਵਿੱਚ ਪੇਸ ਔਰ ਸਪੀਡ ਸੈੱਟ ਕੀਤੀ ਜਾਂਦੀ ਹੈ। ਡਿਊਰੇਸ਼ਨ ਐਂਡ ਡਿਸਟੈਂਸ ਇਜ਼ ਲੌਂਗ। ਐਕਟੀਵਿਟੀ ਦਾ ਸਮਾਂ 60 ਮਿੰਟ ਤੋਂ 120 ਮਿੰਟ ਤੱਕ ਹੈ ਅਤੇ ਕਵਰ ਡਿਸਟੈਂਸ 15 ਤੋਂ 25 ਕਿਲੋਮੀਟਰ ਹੋ ਸਕਦਾ ਹੈ। ਇਸ ਵਿੱਚ ਹਾਰਟ ਬੀਟ ਪਰ ਮਿੰਟ ਲਗਭਗ 130 ਤੋਂ 160 ਬੀਟ ਤੱਕ ਰਹਿੰਦੀ ਹੈ। ਨੰਬਰ ਬੀ ਜਿਹੜਾ ਹੈਗਾ ਜੀ ਫਾਸਟ ਪੇਸ ਕੰਟੀਨਿਊਸ ਮੈਥਡ। ਇਹ ਮੈਥਡ ਆਮ ਤੌਰ 'ਤੇ ਸ਼ਾਰਟ ਡਿਸਟੈਂਸ ਰਨਰ ਅਤੇ ਮਿਡਲ ਡਿਸਟੈਂਸ ਰਨਰ ਦੁਆਰਾ ਯੂਜ਼ ਕੀਤੀ ਜਾਂਦੀ ਹੈ ਕਿਉਂਕਿ ਇਹਨਾਂ ਵਿੱਚ ਐਥਲੀਟ ਨੂੰ ਸਪੀਡ ਦੇ ਨਾਲ ਅਨਐਰੋਬਿਕ ਐਂਡਿਓਰੈਂਸ ਦੀ ਜ਼ਰੂਰਤ ਹੁੰਦੀ ਹੈ। ਇਹ ਫਾਸਟ ਸਪੀਡ ਅਤੇ ਪੇਸ ਨਾਲ ਕੀਤੀ ਜਾਂਦੀ ਹੈ। ਇਸ ਮੈਥਡ ਵਿੱਚ ਐਕਟੀਵਿਟੀ ਦੀ ਮਿਆਦ 10 ਤੋਂ 20 ਮਿੰਟ ਤੱਕ ਹੈ ਅਤੇ ਹਾਰਟ ਬੀਟ 140 ਤੋਂ 180 'ਤੇ ਰਹਿੰਦੀ ਹੈ। ਸੀ ਪਾਰਟ ਹੈਗਾ ਜੀ ਵੇਰੀਏਬਲ ਪੇਸ ਕੰਡੀਸ਼ਨ ਮੈਥਡ ਔਰ ਅਲਟਰਨੇਟਿੰਗ ਪੇਸ ਮੈਥਡ। ਇਹ ਮੈਥਡ ਫਾਸਟ ਪੇਸ ਐਂਡ ਸਲੋ ਪੇਸ ਦੇ ਮੈਥਡ ਦਾ ਕੰਬੀਨੇਸ਼ਨ ਹੈ। ਇਸ ਮੈਥਡ ਵਿੱਚ ਪੇਸ ਔਰ ਸਪੀਡ ਸਮੇਂ 'ਤੇ ਬਦਲਦੀ ਰਹਿੰਦੀ ਹੈ। ਇਹ ਮੈਥਡ ਅਨਐਰੋਬਿਕ ਅਤੇ ਐਰੋਬਿਕ ਐਂਡਿਓਰੈਂਸ ਨੂੰ ਡਿਵੈਲਪ ਕਰਨ ਵਿੱਚ ਹੈਲਪ ਕਰਦਾ ਹੈ। ਇਹ ਮੈਥਡ 25 ਮਿੰਟ ਤੋਂ 1 ਆਵਰ ਤੱਕ ਰਹਿੰਦਾ ਹੈ ਅਤੇ ਹਾਰਟ ਬੀਟ 160 ਤੋਂ 190 ਪਰ ਮਿੰਟ ਤੱਕ ਰਹਿੰਦੀ ਹੈ। ਐਡਵਾਂਟੇਜ ਆਫ ਕੰਟੀਨਿਊਸ ਟ੍ਰੇਨਿੰਗ। ਇਹ ਮਸਲ ਅਤੇ ਲੀਵਰ ਵਿੱਚ ਗਲਾਈਕੋਜਨ ਇਨਕਰੀਜ਼ ਕਰਦਾ ਹੈ।